ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਏ ਅਨੇਕ ਭਗਤ, ਜਿਨ੍ਹਾਂ ਦੇ ਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਚੂੰਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ। ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿਦਿਆ ਆਪਣੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪ ਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਚੂੰਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਢਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ, ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦ ਕਿ ਪੰਢਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਾ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਵਿਠਲ ਦੇ ਮੰਦਰ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ, ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਵਿੱਚ ਸਿਰਫ 2 ਦਿਨ ਰਹਿ ਗਏ। ਗੀਤ ਗੋਬਿੰਦ ਦੇ ਵੀ ਸਿਰਫ 2 ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਦੇ ਚੋਂ ਕੋਈ ਗੀਤ ਦੀ ਲਾਈਨ ਨਾ ਆਈ ਤੇ ਕਲਮ ਲਿਖਣ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪਾਉਣੀ ਵਿੱਚ ਇੰਜ ਕਲਮਬੰਦ ਕਰਦੇ ਨੇ। ਪ੍ਰੇਮ ਭਗਤ ਜੈਦੇਵ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਵੜੋ, ਬਨ ਪੁਸਤਕ ਸੰਧਿਆ ਕਰ ਆਵੇ। ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਰਾ ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮਰਰਾ ਦੇ ਕਰਮ ਵਿੱਚ ਮਸ਼ਗੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ, ਪਰ ਦਿਨ ਵੀ ਸਿਰਫ ਇੱਕ ਰਹਿ ਗਏ ਔਰ ਗੀਤ ਗੋਬਿੰਦ ਵਿੱਚ ਸਿਰਫ 1-2 ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨੇ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ। ਨਿਰਾਸ਼ ਹੋ ਕੇ ਜਦ ਘਰ ਲੌਟੇ ਤਾਂ ਆਪ ਨੇ ਪਤੀ ਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ, ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ, ਮਹਾਨ ਕਵੀ ਕਿਸੇ ਉਲਝਣ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ ਜਾਂ ਉਸ ਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ, ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ, ਕਿ ਉਹ ਕਵੀ ਹੀ ਜਾਣਦਾ ਹੈ, ਕਿ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤੋ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌਂ ਗਏ। ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮਰਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ ਨਹੀਂ, ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ, ਰੋਜ਼ਮਰਰਾ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ। ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ, ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ ਸ਼੍ਰੀ ਜੈਦੇਵ
ਨਦੀ ਤਟ ਦੀ ਤਰਫ ਜਾ ਰਹੇ ਨੇ, ਸੋਚਦੇ ਹੋਇਆ ਕਿ ਕੋਈ ਲਾਈਨ, ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ, ਜਿਹਦੇ 'ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇਧਰ ਜੈਦੇਵ ਰੁਖਸਤ ਹੋਏ ਨਦੀ ਤਟ ਦੀ ਤਰਫ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਬਿੰਦ ਦੀਆਂ 2 ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ 'ਚ ਲਿਖੀਆਂ, ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ 'ਚ ਲਿਖਿਆ। ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ, ਰਸਤੇ 'ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ। ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਬਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੀਨ। ਇਤਨੀ ਦੇਰ ਦੇ ਵਿੱਚ ਸ਼੍ਰੀ ਜੈਦੇਵ ਜੀ ਮਹਾਰਾਜ ਨਦੀ ਤਟ ਤੋਂ ਇਸ਼ਨਾਨ ਕਰਕੇ ਵਾਪਸ ਆਏ। ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦਿਆਂ ਘਰ ਦੇ 'ਚ ਪ੍ਰਵੇਸ਼ ਹੁੰਦਿਆਂ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ, ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ। ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਹੁੰਦੀ ਸੀ, ਅੱਜ ਕੀ ਹੋ ਗਈ? ਬਹੁਤ ਭੁੱਖ ਲੱਗੀ। ਕਹਿਣ ਲੱਗੇ, ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ 'ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਏ, ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ? ਹਾਂ, ਸੰਪੂਰਨ ਹੋ ਗਿਆ, ਤੁਸੀਂ ਖੁਦ ਤੇ ਕਿਹਾ, ਔਰ ਉਹ 2 ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ, ਮੈਂ ਖੁਦ ਵੇਖੀਆਂ ਨੇ। ਭੱਜੇ ਹੋਏ ਜੈਦੇਵ ਗਏ, ਗ੍ਰੰਥ ਨੂੰ ਖੋਲਦੇ ਨੇ, ਵਾਕਈ ਗ੍ਰੰਥ ਸੰਪੂਰਨ 2 ਪੰਕਤੀਆਂ ਸੁਨਹਿਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ। ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ। ਜੈਸੇ ਉਸ ਪੰਕਤੀ ਨੂੰ ਪੜ੍ਹਦੇ ਨੇ, ਵਿਸਮਾਦ ਘਰ ਦੇ ਚਲੇ ਗਏ, ਅਰਚਜਤਾ ਤੇ ਰਹਿਸ ਦੇ ਚ ਲੀਨ ਹੋ ਗਏ। ਇੱਕਦਮ ਆਪ ਤੇ ਸਰੂਰ ਤਾਰੀ ਹੋਇਆ। ਅਰਦਾਸ ਕੀਤੀ, हे ਤ੍ਰਿਭੁਵਨ ਧਨੀ, हे ਪਰਿਪੂਰਨ ਪ੍ਰਮਾਤਮਾ, ਤੂੰ ਮੇਰੇ ਦਿਮਾਗ ਦੇ 'ਚ ਹੀ ਥੋੜੀ ਸ਼ਕਤੀ ਪਾ ਦਿੰਦਾ ਕਿ ਮੈਂ ਆਪ ਲਿਖ ਲੈਂਦਾ। ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਨੇ, ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰਾਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਦੇ 'ਚ ਇਹ ਕਮੀ ਪਾਈ, ਖੁਦ ਲਿਖੀਆਂ ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ, ਇਸ ਦਾ ਕਰਤਾ ਮੈਂ ਹਾਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਮੇਰੇ ਨਾਲ ਉਸ ਦਾ ਸੰਬੰਧ ਟੁੱਟ ਜਾਂਦਾ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿੱਤ ਹੋਵੇ। ਬਾਰ-ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ ਅਸ਼ਕਬਾਰ ਹੋ, ਬਾਰ-ਬਾਰ ਸਜਦੇ ਜਿ ਹੋਏ, हे ਪ੍ਰਭੂ ਲੱਖ ਲੱਖ ਤੇਰਾ ਸ਼ੁਕਰ, ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ हे ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ, ਤੂੰ ਹੀ ਵਸਿਆ ਹੈ, ਤੂੰ ਹੀ ਰਮਿਆ ਹੈ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮਕ ਗ੍ਰੰਥ ਭਗਤਾਂ ਦੀ ਦੁਨੀਆ 'ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਝ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦਾ ਇੱਕ ਸੰਸਕ੍ਰਿਤ ਦੇ ਵਿੱਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਹੇ ਮਨ, ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ ਹੈ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ, ਕਿਸ ਰਾਮ ਦਾ ਚਿੰਤਨ ਕਰੀਏ, ਕਿਸ ਰਾਮ ਦੇ ਸੁਰਤ ਲੀਨ ਕਰੀਏ। तो उस राम दी आप तशरीह करते हैं,
ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦੇ ਦੇ ਵਿੱਚ। ਪਰਮਾਦ ਪੁਰਖ ਮਨੋਪਿਮੰ ਸਤਿਆਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਗਤਨ। ਪਰਮਾਦ ਜੋ ਪਰਮ ਆਦ ਹੈ, ਅਨਾਦਿ ਹੈ, ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਹੈ, ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ, ਜੋ ਸਭ ਦੀ ਬੁਨਿਆਦ ਹੈ, ਜੋ ਸਭ ਦੀ ਜੜ ਹੈ, ਜੋ ਸਭ ਦਾ ਆਧਾਰ ਹੈ। ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦਿ ਹੈ। ਪਰਮਾਦ ਪੁਰਖ, ਉਹ ਫਿਰ ਪੂਰੇ ਹੋਇਆ ਹੈ। ਪੁਰਖ ਤੋਂ ਮੁਰਾਦ ਪੁਰੀ ਪੁਰੀ ਬਸੰਤਾ ਸਾ ਪੁਰਖਾ, ਜੋ ਪੁਰੀਆਂ ਪੁਰੀਆਂ ਦੇ ਚ ਰਮਿਆ ਆਇਆ ਹੈ, ਵਿਆਪਕ ਹੈ, ਉਹ ਪੁਰਖ ਹੈ। ਪਰਮਾਦ ਪੁਰਖ ਮਨੋਪਿਮੰ, ਮਨੋ ਉਪਮਾ ਤੋਂ ਰਹਿਤ ਹੈ। ਦਰਅਸਲ ਮਨ ਆਪਣੇ ਅਨੁਭਵ ਦੇ ਵਿੱਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ। ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ, ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ, ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ, ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ, ਚਾਹੇ ਕਲਪਨਾ ਦੀ ਪ੍ਰਵਾਜ਼ ਕਿਤਨੀ ਉੱਚੀ ਕਿਉਂ ਨਾ ਹੋਵੇ, ਕਿਤਨੀ ਦੂਰ ਦੀ ਕਿਉਂ ਨਾ ਹੋਵੇ, ਕਿਤਨੀ ਗਹਿਰੀ ਕਿਉਂ ਨਾ ਹੋਵੇ, ਫਿਰ ਵੀ ਪ੍ਰਮਾਤਮਾ ਮੇਰੀ ਕਲਪਨਾ ਦੇ ਚ ਨਹੀਂ ਆਉਂਦਾ। ਉਹ ਕਿਸੇ ਦੀ ਕਲਪਨਾ ਦੇ ਚ ਨਹੀਂ ਆਉਂਦਾ। ਮਨ ਦੀ ਸੋਚ ਤੋਂ ਪਰੇ, ਮਨ ਦੇ ਵਿਚਾਰ ਤੋਂ ਪਰੇ। ਇਸ ਵਾਸਤੇ ਆਪ ਕਹਿੰਦੇ ਨੇ ਮਨੋਪਿਮੰ, ਮਨੋ ਉਪਮਾ ਤੋਂ ਰਹਿਤ ਹੈ। ਪਰਮਾਦ ਪੁਰਖ ਮਨੋਪਿਮੰ ਸਤਿਆਦੇ ਭਾਵ ਰਤਨ, ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ ਹੈ। ਉਹ ਸਤ ਹੈ, ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ। ਇੱਕ ਪੰਕਤੀ ਦੇ ਵਿੱਚ ਰਾਮ ਦੀ ਵਿਆਖਿਆ ਇੰਜ ਕਰਦੇ ਨੇ, ਪ੍ਰਮਾਦ ਪੁਰਖ ਮਨੋਪਿਮੰ ਸਤਿਆਦੇ ਭਾਵ ਰਤਨ ਪਰਮ ਅਦਭੁਤਨ। ਪਰਮ ਅਦਭੁਤ ਰੂਪ ਹੈ, ਪਰਮ ਆਸ਼ਚਰਜ ਰੂਪ ਹੈ। ਮਨੁੱਖ ਉੱਥੇ ਆਸ਼ਚਰਜ ਹੋ ਜਾਂਦਾ ਹੈ, ਹੈਰਾਨ ਹੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ, ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ, ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ, ਫਿਰ ਵੀ ਉਹ ਬਚ ਰਹੇ। ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ, ਉੱਥੇ ਬਿਸਮਾਦ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ। ਉੱਥੇ ਆਸ਼ਚਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ। ਕਹਿੰਦੇ ਨੇ ਇੱਕ ਬੱਚਾ ਰਹਿਸ ਦੇ ਚ ਜੀਵਦਾ ਹੈ, ਇੱਕ ਕਵੀ ਰਹਿਸ ਦੇ ਚ ਜੀਵਦਾ ਹੈ, ਇੱਕ ਸੰਤ ਰਹਿਸ ਦੇ ਚ ਜੀਵਦਾ ਹੈ। ਅਜੋਕਾ ਸਮਾਂ ਚੂੰਕਿ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ, ਚਾਹੇ ਕੁਝ ਵੀ ਨਹੀਂ ਜਾਣਦਾ। ਮੈਂ ਤੇ ਸਭ ਕੁਝ ਵੇਖ ਲਿਆ, ਮੈਂ ਤੇ ਸਾਰਾ ਸੁਣ ਲਿਆ, ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ। ਅਗਰ ਐਸਾ ਕੋਈ ਦਾਵਾ ਕਰੇ ਤਾਂ ਆਸ਼ਚਰਜਤਾ ਨਹੀਂ ਪੈਦਾ ਹੁੰਦੀ, ਰਹਿਸ ਨਹੀਂ ਪੈਦਾ ਹੁੰਦਾ, ਬਿਸਮਾਦ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨੇ। ਕਿਉਂਕਿ ਅੱਜ ਦੇ ਸਮੇਂ 'ਚ ਜਿਤਨੇ ਕਾਲਜ ਨੇ, ਜਿਤਨੇ ਵਿਦਿਆਲੇ ਨੇ, ਇਹ ਪਹਿਲੇ ਨਹੀਂ ਸੀ। ਅਜੋਕੀ ਵਿਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ, ਲੇਕਿਨ ਰਹਿਸ ਨੂੰ ਖਤਮ ਜ਼ਰੂਰ ਕੀਤਾ ਹੈ, ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ। ਮਨੁੱਖ ਦੀ ਦੁਨੀਆ ਦੇ ਵਿੱਚ ਜੋ ਇੱਕ ਵਿਸਮਾਦ ਸੀ, ਰਹਿਸ ਸੀ, ਉਹ ਖਤਮ ਹੋ ਗਈ। ਉਹ ਅੱਜ ਦੇਖਣ ਨੂੰ ਨਹੀਂ ਮਿਲਦਾ। ਹਾਂ, ਬੱਚੇ ਕੋਲ ਇਹ ਵਿਸਮਾਦ ਹੈ, ਅਜੇ ਅਬੋਧ ਹੈ। ਉਸ ਦਾ ਵਿਸਮਾਦ ਅਬੋਧ ਅਵਸਥਾ ਤੇ ਖੜਾ ਹੈ, ਅਚੇਤ ਅਵਸਥਾ ਤੇ ਖੜਾ ਹੈ। ਫਿਰ ਕਵੀ ਕੋਲ ਵਿਸਮਾਦ ਹੈ, ਜਾਂ ਇੰਜ ਕਹਿ ਲੋ ਕਵਿਤਾ ਦਾ ਜਨਮ ਹੀ ਵਿਸਮਾਦ ਤੋਂ ਹੁੰਦਾ ਹੈ।